मेरा यूट्यूब चैनल देख रहे सारे ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਅੱਜ ਆਪ ਸਾਰਿਆਂ ਨਾਲ ਇੱਕ ਛੋਟੀ ਜੀ ਵਿਚਾਰ ਸਾਂਝੀ ਕਰਨ ਜਾ ਰਿਹਾ ਹੈ। ਉਹ ਵਿਚਾਰ ਹੈ ਸਰੀਰ ਤਿਆਗਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਖਰੀ ਇੱਛਾ। ਜੇਕਰ ਆਮ ਇਨਸਾਨਾਂ ਦੀ ਆਪਾਂ ਗੱਲ ਕਰੀਏ ਤਾਂ ਸਰੀਰ ਤਿਆਗਣ ਤੋਂ ਪਹਿਲਾਂ ਆਪਣੇ ਆਖਰੀ ਸਮੇਂ ਕੋਈ ਇਨਸਾਨ ਇਹ ਇੱਛਾ ਪ੍ਰਗਟ ਕਰਦਾ ਏ, ਆਪਣੇ ਪੁੱਤ ਨੂੰ ਯਾਦ ਕਰਦਾ ਹੋਇਆ ਇਹ ਗੱਲ ਕਹਿੰਦਾ ਏ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਪੁੱਤ ਦਾ ਧੀ ਦਾ ਮੂੰਹ ਵੇਖਣਾ ਚਾਹੁੰਦਾ ਏ। ਕੋਈ ਇਨਸਾਨ ਆਪਣੇ ਪੋਤਰਿਆਂ ਦੋਤਰਿਆਂ ਨੂੰ ਯਾਦ ਕਰਕੇ ਮਰਨ ਤੋਂ ਪਹਿਲਾਂ ਇਹ ਇੱਛਾ ਪ੍ਰਗਟ ਕਰਦਾ ਏ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਪੋਤਰੇ ਦਾ ਦੋਤਰੇ ਦਾ ਮੂੰਹ ਵੇਖਣਾ ਚਾਹੁੰਦਾ ਏ। ਕੋਈ ਇਨਸਾਨ ਮਰਨ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਪਤਨੀ ਨੂੰ ਯਾਦ ਕਰਕੇ ਕਹਿੰਦਾ ਹੈ ਕਿ ਮੈਂ ਆਪਣੇ ਘਰਵਾਲੀ ਦਾ ਪਤਨੀ ਦਾ ਮੂੰਹ ਵੇਖਣਾ ਚਾਹੁੰਦਾ ਹੈ ਮਰਨ ਤੋਂ ਪਹਿਲਾਂ। ਕੋਈ ਇਨਸਾਨ ਕਿਸੇ ਆਪਣੇ ਦੋਸਤ ਮਿੱਤਰ ਨੂੰ ਯਾਦ ਕਰਕੇ ਆਪਣੀ ਆਖਰੀ ਇੱਛਾ ਇਹ ਪ੍ਰਗਟ ਕਰਦਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਉਸ ਪਿਆਰੇ ਦੋਸਤ ਮਿੱਤਰ ਦਾ ਮੂੰਹ ਵੇਖਣਾ ਚਾਹੁੰਦਾ ਹੈ। ਦੁਨਿਆਵੀ ਧੰਦਿਆਂ ਦੇ ਵਿੱਚ ਫਸਿਆ ਹੋਇਆ ਇਨਸਾਨ ਮਰਨ ਸਮੇਂ ਆਪਣੀ ਆਖਰੀ ਇੱਛਾ ਇਹ ਪ੍ਰਗਟ ਕਰਦਾ ਏ ਕਿ ਮੈਂ ਮਰਨ ਤੋਂ ਪਹਿਲਾਂ ਆਪਣਾ ਕਾਰੋਬਾਰ ਵੇਖਣਾ ਚਾਹੁੰਦਾ ਹੈ ਕਿ ਕਿਵੇਂ ਚੱਲ ਰਿਹਾ ਏ। ਮੈਂ ਇੱਕ ਵਾਰ ਆਪਣੀ ਦੁਕਾਨ ਦਾ ਚੱਕਰ ਲਾ ਕੇ ਆਉਣਾ ਚਾਹੁੰਦਾ ਹੈ ਕਿ ਮੇਰੀ ਦੁਕਾਨ ਦਾ ਕੰਮਕਾਰ ਕਿਵੇਂ ਚੱਲ ਰਿਹਾ ਏ। ਕਿਸੇ ਨਸ਼ੇੜੀ ਇਨਸਾਨ ਦੀ, ਸ਼ਰਾਬੀ ਇਨਸਾਨ ਦੀ ਗੱਲ ਕਰ ਲਈਏ, ਮਰਨ ਤੋਂ ਪਹਿਲਾਂ ਉਹ ਆਪਣੀ ਆਖਰੀ ਇੱਛਾ ਹੀ ਪ੍ਰਗਟ ਕਰੇਗਾ ਮੈਨੂੰ ਪੀਣ ਦੇ ਲਈ ਨਸ਼ਾ ਸ਼ਰਾਬ ਦੇ ਦਿੱਤੀ ਜਾਏ। ਪਰ ਗੁਰੂ ਦੇ ਨਾਲ ਜੁੜਿਆ ਹੋਇਆ ਹਿਰਦਾ, ਜਿਸ ਹਿਰਦੇ ਵਿੱਚ ਹਰ ਸਮੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਯਾਦ ਵਰਤ ਰਹੀ ਹੈ, ਜਿਸ ਹਿਰਦੇ ਵਿੱਚ ਗੁਰੂ ਦੇ ਬਚਨ ਹਰ ਸਮੇਂ ਵਰਤ ਰਹੇ ਨੇ, ਜਿਹੜਾ ਹਿਰਦਾ ਅੰਦਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਰੂਪ ਬਣਿਆ ਹੋਇਆ ਏ, ਉਸ ਗੁਰੂ ਦੇ ਨਾਲ ਜੁੜੇ ਹੋਏ ਹਿਰਦੇ ਦੇ ਅੰਦਰ ਦੀ ਜੇਕਰ ਆਖਰੀ ਇੱਛਾ ਦੀ ਗੱਲ ਕਰ ਲਈਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਦੀ ਜੇਕਰ ਆਖਰੀ ਇੱਛਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਮਨ ਦੀ ਆਖਰੀ ਇੱਛਾ ਕੀ ਹੈ? ਉਹਨਾਂ ਦੇ ਮਨ ਦੀ ਆਖਰੀ ਇੱਛਾ ਹੈ ਕਿ ਮੈਂ ਗੋਇੰਦਵਾਲ ਸਾਹਿਬ ਦੀ ਉਸ ਪਾਵਨ ਧਰਤੀ ਨੂੰ ਇੱਕ ਵਾਰ ਨਮਸਕਾਰ ਕਰਨੀ ਚਾਹੁੰਦਾ ਏ, ਜਿਸ ਧਰਤੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ। ਮੈਂ ਉਸ ਧਰਤੀ ਨੂੰ ਨਮਸਕਾਰ ਕਰਨੀ ਚਾਹੁੰਦਾ ਹਾਂ, ਜਿਸ ਧਰਤੀ ਦੀ ਕਿਰਪਾ ਦਾ ਸਦਕਾ ਮੈਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵਰਗਾ ਪਿਤਾ ਮਿਲ ਗਿਆ। ਮੇਰੇ ਜੀਵਨ ਦੇ ਅੰਦਰੋਂ ਪਿਤਾ ਦੀ ਕਮੀ ਦੂਰ ਹੋ ਗਈ। ਮੈਨੂੰ ਭੁੱਲ ਗਿਆ ਕਿ ਮੇਰਾ ਪਿਤਾ ਛੋਟੀ ਉਮਰ ਦੇ ਵਿੱਚ ਹੀ ਮੇਰਾ ਸਾਥ ਛੱਡ ਗਿਆ ਸੀ। ਮੈਂ ਉਸ ਪਾਵਨ ਧਰਤੀ ਨੂੰ ਦੁਬਾਰਾ ਨਮਸਕਾਰ ਕਰਨੀ ਚਾਹੁੰਦਾ ਹਾਂ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਨੂੰ, ਜਿਸ ਧਰਤੀ ਨੇ ਮੇਰੇ ਹਿਰਦੇ ਦੇ ਵਿੱਚੋਂ ਇਹ ਦੁੱਖ ਭੁਲਾ ਦਿੱਤਾ ਕਿ ਮੇਰੀ ਮਾਂ ਛੋਟੀ ਉਮਰ ਦੇ ਵਿੱਚ ਮੇਰਾ ਸਾਥ ਛੱਡ ਗਈ। ਮਾਤਾ ਮਨਸਾ ਦੇਵੀ ਜੀ ਵਰਗੀ ਮੈਨੂੰ ਮਾਂ ਮਿਲ ਗਈ, ਜਿਸ ਧਰਤੀ ਤੇ ਆ ਕੇ ਦੁਨਿਆਵੀ ਰਿਸ਼ਤੇਦਾਰ ਮੇਰਾ ਸਾਥ ਛੱਡ ਗਏ ਸਨ, ਪਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਮੈਨੂੰ ਬੀਬੀ ਭਾਨੀ ਜੀ ਵਰਗੀ ਜੀਵਨ ਸਾਥਣ ਮਿਲ ਗਈ, ਜਿਸ ਨੇ ਮੈਨੂੰ ਇਹ ਭੁਲਾ ਦਿੱਤਾ ਕਿ ਦੁਨਿਆਵੀ ਰਿਸ਼ਤੇਦਾਰਾਂ ਨੇ ਵੀ ਮੇਰਾ ਸਾਥ ਛੱਡ ਦਿੱਤਾ ਸੀ। ਮੈਨੂੰ ਐਸਾ ਪਾਵਨ ਰਿਸ਼ਤਾ ਪਿਆਰਾ ਮਿਲ ਗਿਆ, ਜੀਵਨ ਸਾਥਣ ਬੀਬੀ ਭਾਨੀ ਜੀ ਵਰਗੀ ਮਿਲ ਗਈ। ਮੈਂ ਉਸ ਪਾਵਨ ਧਰਤੀ ਨੂੰ ਦੁਬਾਰਾ ਨਮਸਕਾਰ ਕਰਨੀ ਚਾਹੁੰਦਾ ਏ, ਜਿਸ ਧਰਤੀ ਤੇ ਮੈਂ ਆਪਣੇ ਸੀਸ ਤੇ ਟੋਕਰੀ ਢੋਈ, ਜਿਸ ਟੋਕਰੀ ਦੀ ਬਖਸ਼ਿਸ਼ ਦੇ ਨਾਲ, ਜਿਸ ਟੋਕਰੀ ਦੀ ਵਜ੍ਹਾ ਕਰਕੇ ਮੇਰੇ ਸੀਸ ਦੇ ਉੱਪਰ ਪਾਤਸ਼ਾਹੀ ਦਾ ਛਤਰ ਝੁੱਲ ਗਿਆ। ਮੈਂ ਉਸ ਟੋਕਰੀ ਨੂੰ ਦੁਬਾਰਾ ਆਪਣੇ ਸੀਸ ਤੇ ਰੱਖਣਾ ਚਾਹੁੰਦਾ ਏ, ਨਮਸਕਾਰ ਕਰਨੀ ਚਾਹੁੰਦਾ ਏ, ਜਿਸ ਟੋਕਰੀ ਦੀ ਵਜ੍ਹਾ ਕਰਕੇ ਮੈਨੂੰ ਇੰਨਾ ਉੱਚਾ ਰੁਤਬਾ ਮਿਲ ਗਿਆ, ਗੁਰੂ ਦੀਆਂ ਨਜ਼ਰਾਂ ਦੇ ਵਿੱਚ ਮੈਂ ਪ੍ਰਵਾਨ ਹੋ ਗਿਆ। ਮੈਂ ਦੁਬਾਰਾ ਉਸ ਧਰਤੀ ਦੀ ਪਾਵਨ ਧੂੜ ਨੂੰ ਮੱਥੇ ਦੇ ਨਾਲ ਲਾਉਣਾ ਚਾਹੁੰਦਾ ਏ, ਜਿਸ ਧੂੜ ਦੀ ਬਖਸ਼ਿਸ਼ ਦੇ ਨਾਲ ਮੈਨੂੰ ਇਹ ਪਾਤਸ਼ਾਹੀ ਦਾ ਤਖਤ ਮਿਲ ਗਿਆ। ਮੈਂ ਆਪਣੇ ਆਖਰੀ ਸਮਾਂ ਜਿਹੜਾ ਏ ਉਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਜ਼ਾਰਨਾ ਚਾਹੁੰਦਾ ਏ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 27 ਅਗਸਤ 1581 ਨੂੰ ਆਪਣੇ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਸ਼ ਕਰ ਦਿੱਤਾ ਹੈ। ਅਗਲੇ ਦਿਨ 28 ਅਗਸਤ 1581 ਈਸਵੀ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਚਨ ਕਹੇ ਨੇ ਕਿ ਮੈਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਾਣਾ ਚਾਹੁੰਦਾ ਏ। 30 ਅਗਸਤ 1581 ਈਸਵੀ ਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਲੈ ਕੇ ਆਉਂਦੇ ਨੇ। 31 ਅਗਸਤ ਦਾ ਇੱਕ ਦਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਗੁਜ਼ਾਰਦੇ ਨੇ। 1 ਸਤੰਬਰ 1581 ਈਸਵੀ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾ ਜਾਂਦੇ ਨੇ। ਸੋ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਖਰੀ ਇੱਛਾ ਦੀ ਵਿਚਾਰ ਦਾਸ ਨੇ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਵਿਚਾਰ, ਇਹ ਵੀਡੀਓ ਪਸੰਦ ਆਈ ਹੋਏਗੀ। ਸਾਰੇ ਸਰੋਤਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।